ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਸੀਗੇ ਇਲੈਕਸ਼ਨਸ ਦਾ ਪ੍ਰੋਸੈਸ ਪੂਰਾ ਹੋ ਚੁੱਕਿਆ ਸੀ ਤੇ ਹੁਣ ਪੰਜਾਬ ਦੀ ਜਿਹੜੀ ਕਾਊਂਟਿੰਗ ਹੈਗੀ ਹੈ 20 ਤਰੀਕ ਨੂੰ ਡਿਊ ਹੈਗੀ ਹੈ। ਸੋ ਅਸੀਂ ਜਿਹੜੇ ਡਿਸਟ੍ਰਿਕਟ ਨੇ ਆਪਣੇ ਪ੍ਰਬੰਧ ਕਰਨੇ ਹੁੰਦੇ ਕਾਊਂਟਿੰਗ ਦੇ ਐਜ਼ ਪਰ ਗਾਈਡਲਾਈਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਅਸੀਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹੈਗੇ। ਕਾਊਂਟਿੰਗ ਵਾਸਤੇ ਜਿਹੜੇ ਹੈਗੇ ਨੇ ਸਾਡੀਆਂ 2 ਲੋਕੇਸ਼ਨਸ ਹੈਗੀਆਂ ਨੇ, 4 ਕਾਊਂਟਿੰਗ ਸੈਂਟਰ ਨੇ। ਇੱਕ ਲੋਕੇਸ਼ਨ ਜਿਹੜੀ ਹੈਗੀ ਹੈ ਸਾਡੀ ਫਾਜ਼ਿਲਕਾ ਦੇ ਵਿੱਚ ਹੈਗੀ ਹੈ, ਜਿਹੜਾ ਬॉयਜ਼ ਸਕੂਲ ਹੈਗਾ ਸੀਨੀਅਰ ਸੈਕੰਡਰੀ ਸਕੂਲ, ਉਹਦੇ ਵਿੱਚ ਜਲਾਲਾਬਾਦ ਦਾ ਔਰ ਫਾਜ਼ਿਲਕਾ ਦਾ ਕਾਊਂਟਿੰਗ ਸੈਂਟਰ ਹੈ। ਸਾਡੇ ਸਟਰੋਂਗ ਰੂਮ ਵੀ ਉੱਥੇ ਬਣੇ ਹੋਏ ਨੇ ਉਹਨਾਂ ਦੇ। ਸੋ ਆਲ ਜਿਹੜੇ ਸਾਡੇ ਪ੍ਰਬੰਧ ਹੈਗੇ ਨੇ ਉੱਥੇ ਕੀਤੇ ਜਾਣੇ ਨੇ। ਉੱਥੇ ਗਿਣਤੀ ਹੋਵੇਗੀ ਜਲਾਲਾਬਾਦ ਦੀ ਔਰ ਫਾਜ਼ਿਲਕਾ ਦੀਆਂ ਵੋਟਾਂ ਦੀ। ਇਸੇ ਤਰ੍ਹਾਂ ਜਿਹੜੀ ਸਾਡੀ ਲੋਕੇਸ਼ਨ ਦੂਸਰੀ ਹੈਗੀ ਉਹ ਅਬੋਹਰ ਦੇ ਵਿੱਚ ਹੈ। ਅਬੋਹਰ ਦੇ ਵਿੱਚ ਜਿਹੜੀ ਹੈਗੀ ਹੈ DAV ਕਾਲਜ ਹੈ ਜਿਹੜਾ, ਉਹਦੇ ਵਿੱਚ 2 ਕਾਊਂਟਿੰਗ ਹਾਲ ਨੇ। ਉਹਦੇ ਵਿੱਚ ਇੱਕ ਤੇ ਬੱਲੂਆਣਾ ਵਾਸਤੇ ਹੈ ਕਾਊਂਟਿੰਗ ਹਾਲ ਔਰ ਦੂਸਰਾ ਜਿਹੜਾ ਹੈਗਾ ਆ ਅਬੋਹਰ ਵਾਸਤੇ ਹੈ। ਸੋ ਸਾਡੀ ਜਿਹੜੀ ਤਿਆਰੀ ਅਸੀਂ ਕਰਨੀ ਹੁੰਦੀ ਹੈ ਕਾਊਂਟਿੰਗ ਸੈਂਟਰਸ ਦੇ ਵਿੱਚ, ਅਸੀਂ ਸਿਕਿਉਰਿਟੀ ਦੇ ਪੱਖੋਂ ਤੇ ਸਾਡੇ ਜਿਹੜੇ ਐਡਮਿਨਿਸਟ੍ਰੇਟਿਵ ਗਰਾਊਂਡ ਦੇ ਵਿੱਚ ਜਿਹੜਾ ਅਸੀਂ ਆਪਣਾ ਚੈੱਕ ਕਰਨਾ ਸੀਗਾ, ਅਸੀਂ ਰਾਉਂਡ ਲਗਾ ਕੇ ਆਏ ਹੈਗੇ ਆ। ਆਲਰੇਡੀ ਮੈਂ ਔਰ SSP ਸਾਹਿਬ ਨੇ ਦੌਰਾ ਵੀ ਕੀਤਾ ਸੀ ਔਰ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈਗਾ ਆ। ਤਾਂ ਅਸੀਂ ਬਿਲਕੁਲ ਕਾਊਂਟਿੰਗ ਕਰਾਉਣ ਵਾਸਤੇ ਪ੍ਰੋਪਰ ਤਿਆਰੀ ਕੀਤੀ ਹੋਈ ਹੈ। ਸਾਡੀ ਪੁਲਿਸ ਫੋਰਸ ਵੀ ਆਪਣੀ ਜਗ੍ਹਾ ਦੇ ਉੱਤੇ ਮੌਜੂਦ ਹੈਗੀ ਹੈ। SSP ਸਾਹਿਬ ਤੁਹਾਨੂੰ ਲਾਅ ਐਂਡ ਆਰਡਰ ਬਾਰੇ ਬਾਅਦ ਵਿੱਚ ਬਰੀਫ ਕਰਨਗੇ। ਤੇ ਜੀ ਮੈਂ ਤੁਹਾਨੂੰ ਕੁਝ ਗਾਈਡਲਾਈਨਸ ਹੈਗੀਆਂ ਨੇ ਜਿਹਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਹਾਂ। ਸੋ ਸਾਡੇ ਕੋਲ 4 ਕੌਂਸਟੀਚੁਐਂਸੀਜ਼ ਨੇ, ਤੁਹਾਨੂੰ ਪਤਾ ਹੀ ਹੈਗੀ ਸਾਡੇ ਕੋਲ 4 RO ਨੇ, 79 ਜਲਾਲਾਬਾਦ, 80 ਫਾਜ਼ਿਲਕਾ, 81 ਅਬੋਹਰ ਤੇ 82 ਬੱਲੂਆਣਾ ਜਿਹੜੀ ਕਿ ਰਿਜ਼ਰਵ ਕੌਂਸਟੀਚੁਐਂਸੀ ਹੈ। ਇਹਦੇ ਵਾਸਤੇ ਜਿਹੜੇ ਅਸੀਂ ਹੈਗੇ ਨੇ ਜਿਹੜਾ ਸਟਾਫ ਲਗਾਇਆ ਹੈਗਾ 79 ਜਲਾਲਾਬਾਦ ਵਾਸਤੇ ਸਾਡੇ ਕੋਲ 75% ਹੈਗੇ ਨੇ ਜਿਹੜੇ ਕਾਊਂਟਿੰਗ ਕਰਨਗੇ। ਫਾਜ਼ਿਲਕਾ ਦੇ ਵਿੱਚ 60, ਅਬੋਹਰ ਦੇ ਵਿੱਚ 75 ਤੇ ਬੱਲੂਆਣਾ ਦੇ ਵਿੱਚ 72, ਟੋਟਲ 282 ਲੋਕਾਂ ਦਾ ਸਟਾਫ ਜਿਹੜਾ ਹੈਗਾ ਕਾਊਂਟਿੰਗ ਦੇ ਉੱਤੇ ਲਗਾਇਆ ਜਾਊਗਾ। ਜਿਹੜੇ ਕਿ ਕਾਊਂਟਿੰਗ ਟੇਬਲਸ ਹੁੰਦੇ ਨੇ, ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈਗੀਆਂ, ਕਿਉਂਕਿ ਕੋਵਿਡ ਦੀਆਂ ਮੱਦੇਨਜ਼ਰ ਅਸੀਂ ਜਿਹੜੇ ਹੈਗੇ ਆ ਸੇਫਟੀ ਔਰ ਕੋਵਿਡ ਦੀਆਂ ਗਾਈਡਲਾਈਨਸ ਨੂੰ ਦੇਖਦੇ ਹੋਏ ਬਿਲਕੁਲ ਪ੍ਰੀਕਾਸ਼ਨਸ ਲੈਣੀ ਸੀਗੀ ਕਿ ਜਿਹੜੀ ਉਹ ਸਾਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਗਾਈਡਲਾਈਨਸ ਪੂਰੀਆਂ ਹੋਣ। ਉਹਦੇ ਮੁਤਾਬਕ ਅਸੀਂ ਆਪਣੇ ਹਾਲ ਤਿਆਰ ਕੀਤੇ ਹੈਗੇ ਆ। ਸਿਰਫ ਸਾਡੇ ਕੋਲ ਇੱਕ ਜਿਹੜੇ ਨੋਰਮਸ ਹੈਗੇ ਨੇ, ਹਮੇਸ਼ਾ 14 ਟੇਬਲ ਲੱਗਦੇ ਨੇ। ਜਗ੍ਹਾ ਜਿਹੜੀ ਸੀਗੀ ਅਸੀਂ ਜਦੋਂ ਸਿਲੈਕਟ ਕੀਤੀ ਤੇ ਜਿਹੜਾ ਫਾਜ਼ਿਲਕਾ ਹੈਗਾ, ਫਾਜ਼ਿਲਕਾ ਦੀ ਜਿਹੜੀ ਕੌਂਸਟੀਚੁਐਂਸੀ ਹੈ ਉਹਦੇ ਵਿੱਚ ਸਿਰਫ 12 ਟੇਬਲ ਨੇ, ਬਾਕੀ ਤਿੰਨੇ ਹੀ ਕੌਂਸਟੀਚੁਐਂਸੀਜ਼ ਦੇ ਵਿੱਚ ਸਾਡੇ 14 ਟੇਬਲਸ ਲੱਗੇ ਹੋਏ ਨੇ। ਸੋ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਪੋਸਟਲ ਬੈਲਟ ਪੇਪਰ ਅਸੀਂ ਇਸ਼ੂ ਕੀਤੇ ਹੈਗੇ ਨੇ। ਠੀਕ ਹੈ, ਪੋਸਟਲ ਬੈਲਟ ਪੇਪਰ ਦੇ ਵਿੱਚ ਗਾਈਡਲਾਈਨਸ ਹੈਗੀਆਂ ਨੇ ਕਿ ਹਰ 500 ਮੈਕਸਿਮਮ 500 ਇੱਕ ਟੇਬਲ ਦੇ ਉੱਤੇ ਹੋ ਸਕਦੇ ਨੇ ਔਰ ਉਹਦੇ ਵਾਸਤੇ ਅਸੀਂ AROs ਨੂੰ ਲਗਾਉਣਾ ਸੀ ਤੇ ਉਹ ਅਸੀਂ ਪੋਸਟਲ ਬੈਲਟ ਪੇਪਰ ਵਾਸਤੇ ਅਲੱਗ ਤੋਂ ਟੇਬਲ ਲਗਾਏ ਨੇ ਕੌਂਸਟੀਚੁਐਂਸੀ ਵਾਈਜ਼। ਜਲਾਲਾਬਾਦ ਦੇ ਵਿੱਚ ਜਿਹੜੇ 5 ਕਾਊਂਟਿੰਗ ਟੇਬਲ ਨੇ ਪੋਸਟਲ ਬੈਲਟ ਪੇਪਰਸ, ਫਾਜ਼ਿਲਕਾ ਦੇ ਵਾਸਤੇ 2 ਨੇ, ਅਬੋਹਰ 'ਚ 4 ਨੇ ਤੇ ਬੱਲੂਆਣਾ ਦੇ ਵਿੱਚ 3, ਟੋਟਲ 14 ਟੇਬਲ ਲੱਗਣਗੇ ਪੋਸਟਲ ਬੈਲਟ ਪੇਪਰ ਵਾਸਤੇ। ਇਸ ਤੋਂ ਇਲਾਵਾ ਜਿਹੜੇ ਸਾਡੇ ETPBS ਦੇ ਵਿੱਚ ਅਸੀਂ ਜਿਹੜੇ ਸਾਡੇ ਸਰਵਿਸ ਵੋਟਰਸ ਨੇ ਉਹਨਾਂ ਨੂੰ ਪੋਸਟਲ ਬੈਲਟ ਭੇਜਦੇ ਹੈਗੇ ਇਲੈਕਟ੍ਰੋਨਿਕ ਦੇ ਰਾਹੀਂ। ਉਹਦੇ ਵਾਸਤੇ ਅਸੀਂ ਉਹਨਾਂ ਦੇ ਜਦੋਂ ਸਾਡੇ ਕੋਲ ਵਾਪਸ ਰਿਸੀਟ ਹੁੰਦੇ ਤੇ ਇੱਕ QR ਕੋਡ ਅਸੀਂ ਉਹਨਾਂ ਨੂੰ ਸਕੈਨ ਕਰਨਾ ਹੁੰਦਾ ਕਿ ਵਾਕਈ ਜੋ ਅਸੀਂ ਭੇਜਿਆ ਸੀ ਉਹੀ ਸਾਡੇ ਕੋਲ ਵਾਪਸ ਆਇਆ ਹੈਗਾ। ਉਹਦੇ ਵਾਸਤੇ ਅਸੀਂ ਪੂਰੇ ਪ੍ਰਬੰਧ ਕੀਤੇ ਹੋਏ ਨੇ। ਸਾਡੇ ਕੋਲ QR ਕੋਡ ਵਾਸਤੇ ਅਸੀਂ ਜਿਹੜੇ 12 ਸਾਡੇ ਕੋਲ ਹੈਗੇ ਨੇ 9 ਯੂਜ਼ ਹੋਣਗੇ ਤੇ ਬਾਕੀ ਜਿਹੜੇ ਹੈਗੇ ਸਾਡੇ ਕੋਲ ਸਟਾਫ 'ਚ ਉਹ ਜਿਹੜਾ ਹੈਗਾ QR ਕੋਡ ਰੀਡਰ ਜਿਹੜੇ ਹੈਗੇ ਨੇ ਰਿਜ਼ਰਵ ਰੱਖਾਂਗੇ ਅਸੀਂ। ਜੇ ਕੋਈ ਜ਼ਰੂਰਤ ਪੈਂਦੀ ਹੈ, ਖਰਾਬ ਹੋ ਜਾਂਦਾ ਤਾਂ ਉਹਨੂੰ ਅਸੀਂ ਯੂਜ਼ ਕਰਾਂਗੇ। IT ਦੀਆਂ ਸਾਡੀਆਂ ਟੀਮਸ ਨੇ, ਜਿਵੇਂ ਅਸੀਂ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਦੇ ਮੁਤਾਬਿਕ ਅਲੱਗ-ਅਲੱਗ ਰਿਪੋਰਟਾਂ ਭੇਜਣੀਆਂ ਹੁੰਦੀਆਂ ਨੇ ਸਰਕਾਰ ਨੂੰ ਤੇ CO ਪੰਜਾਬ ਨੂੰ ਵੀ ਭੇਜਣੀਆਂ ਹੁੰਦੀਆਂ। ਸਭ ਦੀ ਅਸੀਂ ਟ੍ਰੇਨਿੰਗ ਕਰਵਾਈ ਹੈ, 3 ਵਾਰੀ ਟ੍ਰੇਨਿੰਗ ਹੋਈ ਹੈ। ਰੈਂਡਮਾਈਜੇਸ਼ਨ ਆਫ ਸਟਾਫ ਵੀ ਜਿਹੜੀ ਹੈਗੀ 3 ਵਾਰੀ ਹੋਣੀ ਹੈ, 2 ਵਾਰੀ ਅਸੀਂ ਹੁਣ ਕਰ ਚੁੱਕੇ ਹੈਗੇ। 24 ਆਵਰਸ ਬਿਫੋਰ ਵੀ ਕਰਨੀ ਸੀਗੀ, ਉਹ ਸਾਡਾ ਹੋ ਚੁੱਕਿਆ। ਔਰ ਇੱਕ ਲਾਸਟ ਰੈਂਡਮਾਈਜੇਸ਼ਨ ਸਟਾਫ ਜਿਹੜਾ ਅਸੀਂ ਕਰਨਾ ਉਹ 10 ਤਰੀਕ ਨੂੰ ਸਵੇਰੇ 5 ਵਜੇ ਕਰਾਂਗੇ, ਕਿਉਂਕਿ ਇਹਦੇ ਵਿੱਚ ਅਸੀਂ ਬਿਲਕੁਲ ਇਲੈਕਸ਼ਨ ਕਮਿਸ਼ਨ ਆਫ ਗਾਈਡ ਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਨੇ ਬਿਲਕੁਲ ਕਲੀਅਰ ਹੈਗੀਆਂ ਕਿ ਕਿਸੇ ਨੂੰ ਵੀ ਪਤਾ ਨਹੀਂ ਹੋਣਾ ਚਾਹੀਦਾ ਕਿ ਮੈਂ ਕਿਹੜੀ ਜਗ੍ਹਾ ਦੇ ਉੱਤੇ ਟੇਬਲ ਦੇ ਉੱਤੇ ਜਾ ਰਿਹਾ ਫॉर ਫੇਅਰ ਕਾਊਂਟਿੰਗ ਆਲਸੋ। ਸੋ ਅਸੀਂ ਪ੍ਰਬੰਧ ਕਰ ਲਏ ਹੈਗੇ ਨੇ। ਇਸ ਤੋਂ ਇਲਾਵਾ VVPAT ਤੁਹਾਨੂੰ ਪਤਾ ਨਾ ਵੋਟਰ ਸਲਿਪਸ ਜਿਹੜੀਆਂ ਹੁੰਦੀਆਂ ਨੇ ਉਹਦੇ ਵਾਸਤੇ ਗਾਈਡਲਾਈਨਸ ਦੇ ਮੁਤਾਬਿਕ ਇੱਕ ਸੈਪਰੇਟ ਅਸੀਂ ਇਨਕਲੋਜ਼ਰ ਬਣਾਇਆ ਜਿਹਨੂੰ ਪਿਜਨ ਹੋਲ ਇਨਕਲੋਜ਼ਰ ਕਹਿੰਦੇ ਨੇ।
ਉਹ ਇਸ ਕਰਕੇ ਬਣਾਇਆ ਗਿਆ ਤਾਂ ਕਿ ਜਦੋਂ ਅਸੀਂ ਉਹਨਾਂ ਦੀ ਗਿਣਤੀ ਕਰਾਂਗੇ ਤਾਂ ਕੋਈ ਵੀ ਜਿਹੜਾ ਹੈਗਾ ਸਲਿੱਪ ਵਗੈਰਾ ਜਿਹੜੀ ਉੜ ਕੇ ਜਾਂ ਕਿਸੇ ਵੀ ਕਾਰਨ ਦੇ ਨਾਲ ਬਾਹਰ ਨਾ ਜਾ ਸਕੇ ਔਰ ਕਿਸੇ ਅਨਆਥੋਰਾਈਜ਼ਡ ਸਟਾਫ ਦੇ ਹੱਥ ਦੇ ਵਿੱਚ ਨਾ ਹੋਵੇ। ਐਸ ਪਰ ਗਾਈਡਲਾਈਨਸ ਅਸੀਂ 5 ਵੀਵੀਪੈਟ ਮਸ਼ੀਨਾਂ ਦੀ ਜਿਹੜੀ ਹੈਗੀ ਰੈਂਡਮ ਗਿਣਤੀ ਕਰਨੀ ਹੈਗੀ ਤੇ ਇਨ ਕੇਸ ਕਿਤੇ ਕੋਈ ਜ਼ਰੂਰਤ ਪੈਂਦੀ ਹੈ ਜਾਂ ਕਿਸੇ ਜਿਹੜੇ ਹੈਗੇ ਪੋਲੀਟੀਕਲ ਪਾਰਟੀ ਵੱਲੋਂ ਜੇ ਕੋਈ ਡਿਮਾਂਡ ਕੀਤੀ ਜਾਂਦੀ ਹੈ ਕਿ ਨਹੀਂ ਅਸੀਂ ਹੋਰ ਕੋਈ ਮਸ਼ੀਨ ਦੀ ਚੈਕਿੰਗ ਕਰਾਉਣਾ ਚਾਹੁੰਦੇ ਆ, ਵੀਵੀਪੈਟ ਦੀ ਗਿਣਤੀ ਕਰਾਉਣਾ ਚਾਹੁੰਦੇ ਆ, ਤਾਂ ਉਹ ਜਿਹੜਾ ਹੈਗਾ ਆਰਓ ਇਜ਼ ਦਾ ਓਵਰਆਲ ਇੰਚਾਰਜ ਆਫ ਦਾ ਹੋਲ, ਉਹ ਆਪਣੇ ਆਪ ਡਿਸਾਈਡ ਕਰੇਗਾ ਮੌਕੇ ਦੇ ਮੁਤਾਬਿਕ ਐਂਡ ਰੂਲਸ ਦੇ ਮੁਤਾਬਿਕ ਕਿ ਉਹਨੂੰ ਫਿੱਟ ਲੱਗਦਾ ਹੈਗਾ ਕਿ ਨਹੀਂ। ਉੱਥੇ ਅਬਜ਼ਰਵਰ ਹੋਏਗਾ, ਅਬਜ਼ਰਵਰ ਦੇ ਨਾਲ ਸਲਾਹ ਕਰੇਗਾ, ਦੈਨ ਹੀ ਵਿਲ ਡਿਸਾਈਡ ਕਿ ਵੈਦਰ ਟੂ ਗੋ ਫॉर ਇਟ ਔਰ ਨਾਟ। ਇਸ ਤੋਂ ਬਾਅਦ ਸਾਡਾ ਆ ਜਾਂਦਾ ਹੈਗਾ ਕਿ ਜਦੋਂ ਮਸ਼ੀਨਾਂ ਦੀ ਗਿਣਤੀ ਵੋਟਾਂ ਦੀ ਗਿਣਤੀ ਖਤਮ ਹੋ ਜਾਂਦੀ ਹੈਗੀ ਹੈ, ਸਾਡਾ ਸਾਰਾ ਪ੍ਰੋਸੈਸ ਪੂਰਾ ਹੋ ਜਾਂਦਾ ਹੈ। ਸਾਡੀਆਂ ਮਸ਼ੀਨਾਂ ਵਾਪਸ ਅਸੀਂ ਸਟੋਰ ਰੂਮ ਦੇ ਵਿੱਚ ਪਹੁੰਚਾ ਦਿੰਦੇ ਹੈਗੇ, ਜਿਹੜਾ ਸਾਡਾ ਸਟਰੋਂਗ ਰੂਮ ਹੈਗਾ ਆ। ਫਾਜ਼ਿਲਕਾ ਦੇ ਵਿੱਚ ਇੱਕ ਵੇਅਰ ਹਾਊਸ ਬਣਿਆ ਹੋਇਆ ਹੈਗਾ ਜਿੱਥੇ ਕਿ ਅਲਟੀਮੇਟਲੀ ਅਸੀਂ ਮਸ਼ੀਨਾਂ ਨੂੰ ਲੈ ਕੇ ਜਾਣਾ ਹੈ। ਪਰ ਕਿਉਂਕਿ ਅਪੀਲ ਦਾ ਪੀਰੀਅਡ ਹੁੰਦਾ 45 ਡੇਜ਼ ਦਾ, ਜੇ ਕੋਈ ਬੰਦਾ ਕਿਸੇ ਰਿਜ਼ਲਟ ਤੋਂ ਸੈਟੀਸਫਾਈਡ ਨਹੀਂ ਹੈ ਤਾਂ 45 ਡੇਜ਼ ਦੇ ਵਿੱਚ ਐਜ਼ ਪਰ ਗਾਈਡਲਾਈਨਸ ਆਪਣੀ ਅਪੀਲ ਕਰ ਸਕਦਾ ਹੁੰਦਾ ਤੇ 45 ਡੇਜ਼ ਦੇ ਵਿੱਚ ਜੇ ਸਾਨੂੰ ਕੋਈ ਵੀ ਪ੍ਰਾਪਤ ਨਹੀਂ ਹੁੰਦੀ ਅਪੀਲ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਤੇ ਅਸੀਂ ਜਿਹੜੀਆਂ ਆਪਣੀਆਂ ਸਟਰੋਂਗ ਰੂਮ ਦੀਆਂ ਮਸ਼ੀਨਸ ਹੈਗੀਆਂ ਤੇ ਵੇਅਰ ਹਾਊਸ ਦੇ ਵਿੱਚ ਟ੍ਰਾਂਸਫਰ ਕਰ ਦਾਂਗੇ। ਸੋ ਇਹ ਤੇ ਸਾਡੇ ਸਾਰੇ ਅਰੇਂਜਮੈਂਟਸ ਵਾਸਤੇ ਹੈਗੇ ਆ। ਇਸ ਤੋਂ ਇਲਾਵਾ ਮੀਡੀਆ ਦੇ ਵਾਸਤੇ ਗਾਈਡਲਾਈਨਸ ਅਸੀਂ ਜਿਹੜੇ ਹੈਗੇ ਹਰ ਆਰਓ ਨੇ ਆਪਣਾ ਇੱਕ ਮੀਡੀਆ ਸੈੱਲ ਬਣਾਇਆ ਹੈਗਾ। ਉਸ ਮੀਡੀਆ ਸੈੱਲ ਦੇ ਵਿੱਚ ਜਿਹੜੇ ਅਥੋਰਾਈਜ਼ਡ ਹੈਗੇ ਨੇ ਪੱਤਰਕਾਰ ਉਹਨਾਂ ਨੂੰ ਅਲਾਉਡ ਕੀਤਾ ਗਿਆ ਹੈਗਾ ਆ ਐਜ਼ ਪਰ ਗਾਈਡਲਾਈਨਸ। ਤੁਹਾਡੇ ਪਾਸ ਤੁਹਾਨੂੰ ਮਿਲ ਗਏ ਹੋਣਗੇ। ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਬਹੁਤ ਹੀ ਅੱਛੇ ਢੰਗ ਦੇ ਨਾਲ ਗਾਈਡਲਾਈਨਸ ਦੇ ਮੁਤਾਬਿਕ ਆ ਕੇ ਕੋਵਿਡ ਦੀਆਂ ਗਾਈਡਲਾਈਨਸ ਨੂੰ ਮੰਨਦੇ ਹੋਏ ਫੋਲੋ ਕਰਦੇ ਹੋਏ ਸਾਡੇ ਮੀਡੀਆ ਸੈਂਟਰ ਤੇ ਆਵੋ। ਉੱਥੇ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਮਿਲੇਗੀ। ਉੱਥੇ ਸਕਰੀਨ ਲੱਗੀ ਹੋਏਗੀ ਜਿੱਥੋਂ ਕਿ ਜਿਵੇਂ ਰਾਊਂਡ ਵਾਈਜ਼ ਬਾਹਰੋਂ ਤੁਹਾਨੂੰ ਪਤਾ ਲੱਗਦਾ ਰਹੇਗਾ ਕਿ ਕੀ ਰਿਜ਼ਲਟ ਆ ਰਿਹਾ ਹੈਗਾ, ਕਿਸ ਕੈਂਡੀਡੇਟ ਨੂੰ ਕੀ ਵੋਟਾਂ ਮਿਲ ਰਹੀਆਂ ਨੇ, ਕੀ ਰਾਊਂਡ ਦਾ ਹਿਸਾਬ ਕਿਤਾਬ ਹੈ। ਉੱਥੇ ਸਾਡੇ ਬੈਠੇ ਹੋਣਗੇ। ਉਸ ਤੋਂ ਇਲਾਵਾ ਅਸੀਂ ਆਪਣੇ ਹੈੱਡਕੁਆਟਰ ਦੇ ਉੱਤੇ ਵੀ ਇੱਕ ਮੀਡੀਆ ਸੈਂਟਰ ਬਣਾਇਆ। ਅਸੀਂ ਸਾਰੀਆਂ ਰਿਪੋਰਟਸ ਨੂੰ ਇਕੱਠੀਆਂ ਕਰਾਂਗੇ ਜਿਵੇਂ ਵੀ ਆਰਓ ਵਾਈਜ਼ ਹੈਗੀਆਂ ਤੇ ਤੁਸੀਂ ਸਾਡੇ ਤੋਂ ਵੀ ਇੱਥੋਂ ਜਾਣਕਾਰੀ ਲੈ ਸਕਦੇ ਹੈਗੇ ਹੋ ਸਾਡੇ ਆਪਣੇ ਕੰਟਰੋਲ ਰੂਮ ਦੇ, ਜਿਹੜਾ ਕਿ ਅਸੀਂ ਐਸੀ ਹਾਲ ਦੇ ਵਿੱਚ ਬਣਾ ਰਹੇ ਹੈਗੇ। ਸਾਡਾ ਆਫਿਸਰ ਇੱਥੇ ਬੈਠਾ ਹੋਊਗਾ। ਕਾਊਂਟਿੰਗ ਵਾਸਤੇ ਹਰ ਹਲਕੇ ਵਾਸਤੇ ਇੱਕ ਅਲੱਗ ਤੋਂ ਆਬਜ਼ਰਵਰ ਸਾਹਿਬ ਆਏ ਹੈਗੇ ਨੇ। ਉਹ ਸਾਡੇ ਕੋਲ ਆਲਰੇਡੀ ਪਹੁੰਚ ਚੁੱਕੇ ਹੈਗੇ ਨੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਜਿਹੜਾ ਅਸੀਂ ਕਾਊਂਟਿੰਗ ਸਟਾਫ ਦੀ ਜਿਹੜੀ ਹੈਗੀ ਇੱਕ ਟ੍ਰੇਨਿੰਗ ਵੀ ਕਰਾਈ ਹੈ ਔਰ ਉਹਨਾਂ ਦੀ ਰੈਂਡਮਾਈਜੇਸ਼ਨ ਵੀ ਕੀਤੀ ਹੈ। ਤੁਸੀਂ ਜਿਹੜੇ ਪੱਤਰਕਾਰ ਸਾਹਿਬ ਹੈ ਨੇ ਆਪਣੇ ਮੀਡੀਆ ਸੈਂਟਰ ਕਾਊਂਟਿੰਗ ਹਾਲ ਤੋਂ ਕੁਝ ਦੂਰੀ ਤੇ ਬਣੇਗਾ। ਉਸ ਤੋਂ ਅੱਗੇ ਕਿਸੇ ਨੂੰ ਵੀ ਜਾਣਾ ਅਲਾਉਡ ਨਹੀਂ ਹੋਏਗਾ। ਜੇ ਜਾਣਾ ਵੀ ਹੋਏਗਾ ਤੇ ਐਜ਼ ਪਰ ਗਾਈਡਲਾਈਨਸ ਹੋਣਗੀਆਂ। ਡੀਪੀਆਰਓ ਸਾਹਿਬ ਜਿਹੜੇ ਸਿਲੈਕਟਡ ਪੱਤਰਕਾਰ ਹੈਗੇ ਨੇ ਉਹਨਾਂ ਨੂੰ ਇੱਕ ਵਾਰੀ ਅੰਦਰ ਲੈ ਕੇ ਜਾਣਗੇ, ਪਰ ਅੰਦਰ ਤੁਸੀਂ ਮੋਬਾਈਲ ਫੋਨ ਨਹੀਂ ਲੈ ਕੇ ਜਾਓਗੇ। ਯੂ ਵਿਲ ਹੈਵ ਸਟਿਲ ਕੈਮਰਾਸ ਔਰ ਉਹ ਵੀ ਤੁਸੀਂ ਹਦਾਇਤਾਂ ਦੇ ਮੁਤਾਬਿਕ ਹੀ ਇੱਕ ਕਿਤੇ ਪਾਰਟਿਕੂਲਰ ਪਲੇਸ ਦੇ ਉੱਤੇ ਜਿੱਥੇ ਤੁਹਾਨੂੰ ਆਰਓ ਕਹੇਗਾ ਉੱਥੇ ਖੜੇ ਹੋ ਕੇ ਕਵਰੇਜ ਕਰ ਸਕਦੇ ਹੋ। ਗਾਈਡਲਾਈਨਸ ਦੇ ਮੁਤਾਬਿਕ ਜੋ ਸਾਡੀਆਂ ਮਸ਼ੀਨਾਂ ਨੇ ਉਸ ਮਸ਼ੀਨ ਦੀ ਜਿਹੜਾ ਡਿਸਪਲੇ ਹੈਗਾ ਉਹ ਕਿਸੇ ਵੀ ਹਾਲ ਦੇ ਵਿੱਚ ਤੁਸੀਂ ਨਹੀਂ ਕਰੋਗੇ ਕਿਉਂਕਿ ਸੀਕ੍ਰੇਸੀ ਆਫ ਵੈਲਿਡ ਜਿਹੜੀ ਅਸੀਂ ਮੇਨਟੇਨ ਕਰਨੀ ਹੁੰਦੀ ਹੈ। ਕਾਊਂਟਿੰਗ ਹਾਲ ਦੇ ਅੰਦਰ ਕਿਸੇ ਨੂੰ ਵੀ ਮੋਬਾਈਲ ਦੀ ਆਗਿਆ ਨਹੀਂ ਹੈਗੀ। ਕਾਊਂਟਿੰਗ ਹਾਲ ਤੋਂ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਕੇ ਵਾਪਸ ਮੀਡੀਆ ਸੈਂਟਰ ਹੀ ਤੁਸੀਂ ਆਓਗੇ ਤੇ ਉੱਥੋਂ ਹੀ ਜੋ ਵੀ ਆਪਣਾ ਤੁਸੀਂ ਅੱਗੇ ਜੋ ਤੁਹਾਡੇ ਹਾਊਸ ਨੇ, ਜੋ ਮੀਡੀਆ ਹਾਊਸ ਨੇ ਜਾਂ ਪਬਲਿਸ਼ਿੰਗ ਹਾਊਸ ਨੇ, ਤੁਸੀਂ ਉੱਥੋਂ ਉਹਨਾਂ ਨੂੰ ਰਿਪੋਰਟ ਕਰੋਗੇ। ਤੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ 10 ਤਰੀਕ ਨੂੰ ਟਰਾਈ ਡੇ ਡਿਕਲੇਅਰਡ ਹੈਗਾ। ਹਰ 500 ਪੋਸਟਲ ਬੈਲਟ ਪੇਪਰ ਵਾਸਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਤਾ ਇੱਕ ਟੇਬਲ ਬਣੇਗਾ। ਇਸ ਤੋਂ ਇਲਾਵਾ ਜਿਹੜੇ ਸਾਡੇ ਪੋਸਟਲ ਬੈਲਟ ਨੇ ਨਾਲ ਦੀ ਨਾਲ 8:30 ਵਜੇ ਸ਼ੁਰੂ ਹੋ ਜਾਣਗੇ ਸਵੇਰੇ। ਰੈਂਡਮਲੀ ਨਹੀਂ ਹੋਊਗਾ। ਇੱਦਾਂ ਨਹੀਂ ਹੈਗਾ ਕਿ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਖਤਮ ਹੋਵੇ ਤੇ ਨਾਲ ਦੀ ਨਾਲ ਦੂਸਰੇ ਰਾਊਂਡ ਚੱਲਣ। ਉਹ ਸਾਈਮਲਟੇਨੀਅਸਲੀ ਇਕੱਠੇ ਹੀ ਚੱਲਣਗੇ। ਉਹ ਆਪਣੇ ਟੇਬਲ ਅਲੱਗ ਤੋਂ ਗਿਣਤੀ ਕਰਦੇ ਰਹਿਣਗੇ ਔਰ ਜਿਹੜੀਆਂ ਮਸ਼ੀਨਾਂ ਦੀ ਗਿਣਤੀ ਹੈਗੀ ਅਲੱਗ ਤੋਂ ਸ਼ੁਰੂ ਹੋ ਜਾਏਗੀ। ਸੋ ਦਿਸ ਇਜ਼ ਆਲ। ਹੁਣ ਮੈਂ ਤੁਹਾਨੂੰ ਐਸਐਸਪੀ ਸਾਹਿਬ ਨੂੰ ਕਹੂੰਗੀ ਕਿ ਤੁਸੀਂ ਜਿਹੜਾ ਹੈਗਾ ਕੋਈ ਆਪਣੇ ਵੱਲੋਂ ਆਪਣੇ ਲਾਅ ਐਂਡ ਆਰਡਰ ਬਾਰੇ ਜੋ ਵੀ ਦੱਸਣਾ ਚਾਹੁੰਦੇ ਹੋ ਹੀ ਵਿਲ ਐਕਸਪਲੇਨ ਇਟ। जैसे कि मैडम ने एक्सप्लेन किया है कि 10 तारीख को गिनती होने वाली है। इसमें मद्देनज़र रखते हुए जितने भी काउंटिंग सेंटर्स हैं उत्थे पहले ही सिक्योरिटी का प्रबंध किया गया है। ट्रैफिक ਨੂੰ मद्देनज़र रखते हुए आप लोगों से विनती की गई है कि आप काउंटिंग हॉल से तो पहले ही गड्डियाँ रुकवा देंगे तो तुसी अपनी गड्डियाँ डेजिनेटेड पार्किंग स्पॉट्स जो बनाए हुए हैं उत्थे ही पार्क करो। उत्थे आपको पैदल आना पैना है।
सुरक्षा की नज़र से देखते हुए मैं फिर अपील करांगा कि तुसी किसी भी तरह का कोई भी चीज़ कैरी ना करे हो जो बेसिक इक्विपमेंट्स को छड़ के जोड़े हैं। इसके अलावा वहाँ पे थोड़ी 3 टायर फ्रिस्किंग रहेगी तो जिससे कि कोई भी किसी भी तरह का शरारती एलिमेंट अंदर ना आ पाए। सुरक्षा की नज़र मद्देनज़र तो ਸਾਨੂੰ ਬਾਹਰ से भी एक्स्ट्रा फोर्स मिली है तो उसमें भी डिप्लॉय कर रहे हैं तो पूरे डिस्ट्रिक्ट में वक्त वक्त थावों पे नाके और जो काउंटिंग सेंटर्स हैं उसके अराउंड कट ऑफ नाका से लगा रहे हैं। बहुत बलुआना की जो काउंटिंग सेंटर है उनका सुपरविजन SP हैडकुआटर करांगे उन्होंने नाल 4 DSP रवांगे तो उसी तरह से फाजिलका और जलालाबाद की जो काउंटिंग सेंटर्स हैं उन्होंने सुरक्षा के इंचार्ज SPD साहब रहेंगे, उनके साथ भी 4 अपने DSP साहबान रहेंगे तो रिज़र्व फोर्स भी रहेगी। तो मेरी आपसे फिर से गुजारिश ये है कि पहले ही रूट डाइवर्जन प्लान तुसी देखते हुए उदा जिथे भी गड्डियाँ खड़ी करनी है उत्थे ही गड्डियाँ खड़ी करो। और जैसे मैडम ने कहा है कि DPRO नाल ਤੁਹਾਡੇ जो वैलिड आई कार्ड है उन्होंने लैके ही आओ जिससे कि ਤੁਹਾਨੂੰ असुविधा ना होए और जो प्रोटोकॉल्स माने इलेक्शन कमीशन ने दिते हैं उन्होंने फॉलो करिए।